ਹਲਚਲ ਸਟੇਟ ਦੇ ਵਿੱਚ ਕਿਤੇ ਹੋਵੇ, ਸਰਕਾਰ ਕੋਲ ਸਾਰੀਆਂ ਖਬਰਾਂ ਪਹੁੰਚ ਜਾਂਦੀਆਂ ਹੁੰਦੀਆਂ, ਵਿਭਾਗ ਵੱਡੇ ਪੱਧਰ ਤੇ ਕੰਮ ਕਰਦਾ ਹੈ, ਤਾਂ ਤੁਹਾਡੀ ਗੱਲਬਾਤ ਅੱਜ ਪਤਾ ਲੱਗੀ ਹੈ ਵਿਧਾਇਕਾਂ ਨੂੰ ਵੀ ਤੁਹਾਡੀਆਂ ਮੰਗਾਂ ਜਾਇਜ਼ ਆ? ਹੁਣ ਤੱਕ ਸਰਕਾਰ ਨੂੰ ਪਤਾ ਨਹੀਂ ਲੱਗਿਆ ਵੀ ਤੁਹਾਡੀਆਂ ਮੰਗਾਂ ਜਾਇਜ਼ ਆ? ਸਾਡੀਆਂ ਮੰਗਾਂ ਪੂਰੀਆਂ ਕਰੋ, ਸਾਡੀਆਂ ਮੰਗਾਂ ਪੂਰੀਆਂ ਕਰੋ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਅੱਜ ਤੱਕ ਅਸੀਂ ਜਦੋਂ ਵੀ ਹੜਤਾਲ ਕਰੀ ਹੈ ਇਹ ਸਾਡੇ ਖਿਲਾਫ ਚੱਲੇ ਆ। ਸਰਕਾਰ ਨੂੰ 40 ਦਿਨ ਦੇ ਨੋਟਿਸ ਦਾ ਨਹੀਂ ਪਤਾ ਲੱਗਿਆ। ਜਿੱਦਣ ਅਸੀਂ ਸਿਸਮਾ ਟੀ ਪੁਆਇੰਟ ਘੇਰਿਆ ਉਦਣ ਸਰਕਾਰ ਦੀ ਅੱਖ ਖੁੱਲੀ ਵੀ ਉਹ ਆ ਗਏ ਨੇ, ਸਿਸਮਾ ਟੀ ਪੁਆਇੰਟ ਘੇਰਿਆ। ਅਗਰ ਪਰਸੋਂ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ 15 ਤਰੀਕ ਦਾ ਜੋ ਸਾਡਾ ਨੋਟਿਸ ਅਸੀਂ ਦੇ ਚੁੱਕੇ ਹਾਂ ਪਹਿਲਾਂ ਹੀ ਸਿਸਮਾ ਟੀ ਪੁਆਇੰਟ ਤੇ ਹੀ ਦਿੱਤਾ ਸੀ, ਜੋ ਅਸੀਂ 15 ਤਰੀਕ ਨੂੰ ਹੈ ਸਿਸਮਾ ਟੀ ਪੁਆਇੰਟ ਘੇਰਾਂਗੇ। ਅਣਮਿੱਥੇ ਸਮੇਂ ਵਾਸਤੇ ਉੱਥੇ ਪੱਕਾ ਧਰਨਾ ਲਾ ਕੇ ਬੈਠਾਂਗੇ। ਇੱਕ ਪਾਸੇ ਸਰਕਾਰ ਤੁਹਾਨੂੰ ਕਹਿ ਰਹੀ ਆ ਕਿ ਤੁਸੀਂ ਗੱਲਬਾਤ ਕਰੋ, ਕੈਪਟਨ ਸਾਹਿਬ ਨੇ ਤੁਹਾਨੂੰ ਮੀਟਿੰਗ ਦਾ ਟਾਈਮ ਦਿੱਤਾ, ਫਿਰ ਦੂਜੀ ਪਾਸੇ ਜਿਹੜੇ ਐਡ ਕੱਢੀ ਜਾਂਦੀ ਹੈ ਦੁਬਾਰਾ ਕਾਮਿਆਂ ਨੂੰ ਰੱਖਣ ਦੇ ਲਈ, ਇਹਨੂੰ ਫਿਰ ਤੁਸੀਂ ਕਿੱਦਾਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਜਿਹੜੀ ਮੀਟਿੰਗ ਦਿੱਤੀ ਗਈ ਉਹਦੇ 'ਚ ਤੁਹਾਡਾ ਕੋਈ ਹੱਲ ਨਿਕਲੇਗਾ? ਕਿਉਂਕਿ ਸਰਕਾਰ ਤਾਂ ਇੱਕ ਪਾਸੇ ਐਡ ਕੱਢ ਰਹੀ ਹੈ ਤੇ ਦੂਜੇ ਪਾਸੇ ਤੁਹਾਨੂੰ ਮੀਟਿੰਗ ਦੇ ਰਹੀ ਹੈ। ਕਾਂਗਰਸ ਸਰਕਾਰ ਨੂੰ ਅਸੀਂ ਇੱਕ ਚੇਤਾਵਨੀ ਦਿੰਦੇ ਹਾਂ ਵੀ ਜਿੱਦਾਂ ਆਲ ਇੰਡੀਆ ਦੇ ਵਿੱਚੋਂ ਕਾਂਗਰਸ ਖਤਮ ਹੋਈ ਨਾ, ਇਸ ਤਰ੍ਹਾਂ ਅਸੀਂ ਕਾਂਗਰਸ ਦੀ ਫੱਟੀ ਪੋਚ ਦਿਆਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਧਰਨੇ, ਰੋਸ ਮੁਜ਼ਾਹਰੇ ਇਸ ਸਮੇਂ ਦੇ ਦੌਰਾਨ ਚੱਲ ਰਹੇ, ਕਿਉਂਕਿ ਚੋਣਾਂ ਜਿਹੜੀਆਂ ਹੈਗੀਆਂ ਨੇ ਬਹੁਤ ਨਜ਼ਦੀਕ ਆ ਚੁੱਕੀਆਂ ਨੇ ਪੰਜਾਬ ਦੀਆਂ, ਤੇ ਹਰ ਕੋਈ ਚਾਹੁੰਦਾ ਕਿ ਉਸ ਨੂੰ ਉਸਦੇ ਹੱਕ ਜਾਂਦੀ ਸਰਕਾਰ ਦੇ ਹੀ ਜਾਵੇ। ਤੇ ਉਸ ਦੇ ਵਿੱਚ ਹੀ ਜਿਹੜੇ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਕੱਚੇ ਵਰਕਰ ਨੇ, ਉਹਨਾਂ ਵੱਲੋਂ ਵੀ ਬੀਤੇ ਕਈ ਦਿਨਾਂ ਤੋਂ, ਜਿੱਥੇ ਪਹਿਲਾਂ ਸਟਾਰਟਿੰਗ ਦੇ ਵਿੱਚ ਭੰਡੀ ਪ੍ਰਚਾਰ ਬੱਸਾਂ ਦੇ ਵਿੱਚ ਸਰਕਾਰ ਦੇ ਖਿਲਾਫ ਕੀਤਾ ਗਿਆ ਸੀ, ਉਸ ਤੋਂ ਬਾਅਦ ਵਿਭਾਗ ਨੂੰ ਵੀ ਬਹੁਤ ਵਾਰੀ ਕਿਹਾ ਗਿਆ ਕਿ ਸਾਡੀਆਂ ਮੰਗਾਂ ਦਾ ਜਿਹੜਾ ਹੈਗਾ ਸਾਨੂੰ ਹੱਲ ਕੀਤਾ ਜਾਵੇ, ਧਰਨੇ ਵੀ ਲਾਉਣੇ ਪਏ ਆ, ਤੇ ਅੱਜ ਮੰਗ ਪੱਤਰ ਵੀ ਇਹਨਾਂ ਨੇ ਦਿੱਤੇ ਆ। ਤੇ ਗੱਲਬਾਤ ਕਰਦੇ ਆ, ਕੱਚੇ ਜਿਹੜੇ ਮੁਲਾਜ਼ਮ ਹੈਗੇ ਇਸ ਟਾਈਮ ਸਾਡੇ ਨਾਲ ਨੇ ਇੱਥੇ ਧਰਨੇ ਦੇ ਉੱਤੇ, ਜਿਹੜਾ ਰੋਡਵੇਜ਼ ਦਾ ਡਿਪੂ ਰੋਪੜ ਦਾ ਹੈਗਾ, ਉੱਥੇ ਬੈਠੇ ਨੇ ਗੇਟ ਦੇ ਉੱਤੇ ਅਸੀਂ ਖੜੇ ਆ, ਤੇ ਸਾਡੇ ਨਾਲ ਕੱਚੇ ਮੁਲਾਜ਼ਮ ਨੇ, ਗੱਲਬਾਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਜਿਹੜਾ ਅੱਜ ਦਾ ਮਸਲਾ ਹੈਗਾ ਤੁਹਾਡਾ, ਇਹ ਸਾਰਾ ਕਿੱਥੇ ਤੱਕ ਹੁਣ ਪਹੁੰਚ ਚੁੱਕੀ ਤੁਹਾਡੀ ਗੱਲਬਾਤ? ਸਾਡੀ ਜੋ ਹੜਤਾਲ ਆ ਅਣਮਿੱਥੇ ਸਮੇਂ ਦੀ, ਉਹ 7ਵੇਂ ਦਿਨ 'ਚ ਅੱਜ ਦਾਖਲ ਹੋ ਗਈ, ਤੇ ਜੋ ਸੈਂਟਰ ਵਾਡੀ ਵੱਲੋਂ ਲੀਕੇ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਆਪਣੇ ਵਿਧਾਨ ਸਭਾ ਹਲਕੇ ਦੇ ਐਮਐਲਏ ਆ ਜੋ ਜਾਂ ਕੈਬਨਿਟ ਮੰਤਰੀ ਵਜ਼ੀਰ, ਉਹਨਾਂ ਦੇ ਘਰਾਂ ਅੱਗੇ ਧਰਨਾ ਪ੍ਰਦਰਸ਼ਨ ਕਰਨਾ ਸੀ। ਤੇ ਉਸ ਪ੍ਰੋਗਰਾਮ ਤਹਿਤ ਅੱਜ ਅਸੀਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਡੇ ਵਿਧਾਨ ਸਭਾ ਸਪੀਕਰ ਪੰਜਾਬ ਰਾਣਾ ਕੇਪੀ ਜੀ, ਉਹਨਾਂ ਦੇ ਘਰ ਅੱਗੇ ਧਰਨੇ ਦਾ ਪ੍ਰੋਗਰਾਮ ਸੀ, ਪਰ ਉਹਨਾਂ ਵੱਲੋਂ ਸਾਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਤੇ ਸਾਡੇ ਨੁਮਾਇੰਦਿਆਂ ਨਾਲ ਉਹਨਾਂ ਵੱਲੋਂ ਮੀਟਿੰਗ ਕਰਕੇ ਇਹ ਗੱਲ ਆਖੀ ਗਈ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ, ਇੰਨੀ ਘੱਟ ਤਨਖਾਹ ਵਿੱਚ ਗੁਜ਼ਾਰਾ ਕਦੇ ਵੀ ਨਹੀਂ ਹੋ ਸਕਦਾ, ਤੇ ਅਸੀਂ ਸੀਐਮ ਸਾਹਿਬ ਨੂੰ ਆਪਣੇ ਵੱਲੋਂ ਨਿੱਜੀ ਤੌਰ ਤੇ ਮਿਲ ਕੇ ਤੇ ਆਹ ਤੁਹਾਡੇ ਜੋ ਮੰਗ ਪੱਤਰ ਆ ਇਹ ਸਾਡੇ ਸਾਹਮਣੇ ਉਹਨਾਂ ਨੇ ਰეკਮੈਂਡ ਕਰਿਆ ਸੀਐਮ ਸਾਹਿਬ ਨੂੰ ਕਿ ਇਹਨਾਂ ਦੀਆਂ ਮੰਗਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਤੇ ਇਸੇ ਸੰਬੰਧ ਵਿੱਚ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਜੋ ਸੰਘਰਸ਼ ਹੈ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਆਮ ਪਬਲਿਕ ਨੂੰ ਵੀ ਪਤਾ ਹੈ, ਅਸੀਂ ਪਹਿਲਾਂ ਭੰਡੀ ਪ੍ਰਚਾਰ ਸ਼ੁਰੂ ਕਰਿਆ ਬੱਸਾਂ ਵਿੱਚ, ਤਾਂ ਜੋ ਸਰਕਾਰ ਸਮਾਂ ਰਹਿੰਦੇ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ ਤੇ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਰ ਸਰਕਾਰ ਦੀ ਨੀਂਦ ਨਹੀਂ ਖੁੱਲੀ, ਸਰਕਾਰ ਸੁੱਤੀ ਰਹੀ, ਤੇ ਮਜਬੂਰੀ ਬਸ ਸਾਨੂੰ ਆਪਣੇ ਬੱਚਿਆਂ ਦੀ ਰੋਜੀ ਰੋਟੀ ਲਈ ਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਇਹ ਜੋ ਕਦਮ ਅਣਮਿੱਥੇ ਸਮੇਂ ਦੀ ਹੜਤਾਲ ਦਾ ਉਹ ਚੁੱਕਣਾ ਪਿਆ। ਕਿੰਨਾ ਸਮਾਂ ਹੋ ਗਿਆ ਤੁਹਾਡੀ ਹੜਤਾਲ ਚੱਲਦੇ ਨੂੰ ਹੁਣ ਤੱਕ? ਅੱਜ ਸਾਡੀ ਹੜਤਾਲ ਨੂੰ 7ਵਾਂ ਦਿਨ ਹੋ ਗਿਆ ਜੀ। 6 ਸਤੰਬਰ ਤੋਂ ਸਾਡੀ ਹੜਤਾਲ ਆ ਜੋ ਲਗਾਤਾਰ ਚੱਲ ਰਹੀ ਆ। ਇਹਦੇ ਵਿੱਚ ਸਾਡੀ ਪਹਿਲਾਂ ਮੀਟਿੰਗ ਵੀ ਹੋਈ ਆ, ਸੁਰੇਸ਼ ਪ੍ਰਭੂ ਜੀ ਨਾਲ ਹੋਈ ਆ। ਉਸ ਤੋਂ ਬਾਅਦ ਜਦੋਂ ਅਸੀਂ ਸਿਸਮਾ ਵਿਖੇ ਪੱਕਾ ਮੋਰਚਾ ਲਾਉਣ ਗਏ ਆ ਤਾਂ ਉੱਥੇ ਕੈਬਨਿਟ ਸਾਹਿਬ ਕੈਪਟਨ ਸੰਦੀਪ ਸੰਧੂ ਜੀ ਵੱਲੋਂ ਸਾਡੇ ਨਾਲ ਮੀਟਿੰਗ ਕੀਤੀ ਗਈ ਆ, ਤੇ ਇਹ ਭਰੋਸਾ ਦਵਾਇਆ ਗਿਆ ਕਿ 14 ਤਰੀਕ ਨੂੰ ਮੀਟਿੰਗ ਆ ਜੋ ਸੀਐਮ ਸਾਹਿਬ ਨਾਲ ਕਰਾਈ ਜਾਵੇਗੀ ਤੇ ਤੁਹਾਡੀਆਂ ਮੰਗਾਂ ਦਾ ਹੱਲ ਆ ਜੋ ਇਸ ਮੀਟਿੰਗ ਵਿੱਚ ਕੱਢਿਆ ਜਾਵੇਗਾ। ਪਰ ਤੁਸੀਂ ਵਿਧਾਇਕਾਂ ਨੂੰ ਮਿਲੇ ਹੋ, ਚੰਨੀ ਸਾਹਿਬ ਨੂੰ ਵੀ ਮਿਲੇ ਹੋ, ਤੇ ਸਪੀਕਰ ਸਾਹਿਬ ਨੂੰ ਵੀ ਮਿਲ ਕੇ ਆਏ ਹੋ, ਰਾਣਾ ਕੇਪੀ ਹੋਰਾਂ ਨੂੰ, ਤੇ ਤੁਸੀਂ ਕਹਿ ਰਹੇ ਕਿ ਕਾਫੀ ਦੇਰ ਤੋਂ ਤੁਸੀਂ ਸੰਘਰਸ਼ ਕਰ ਰਹੇ ਸੀਗੇ। ਥੋੜੀ ਜਿਹੀ ਹਲਚਲ ਸਟੇਟ ਦੇ ਵਿੱਚ ਕਿਤੇ ਹੋਵੇ, ਸਰਕਾਰ ਕੋਲ ਸਾਰੀਆਂ ਖਬਰਾਂ ਪਹੁੰਚ ਜਾਂਦੀਆਂ ਹੁੰਦੀਆਂ, ਵਿਭਾਗ ਵੱਡੇ ਪੱਧਰ ਤੇ ਕੰਮ ਕਰਦਾ, ਤਾਂ ਤੁਹਾਡੀ ਗੱਲਬਾਤ ਅੱਜ ਪਤਾ ਲੱਗੀ ਹੈ ਵਿਧਾਇਕਾਂ ਨੂੰ ਵੀ ਤੁਹਾਡੀਆਂ ਮੰਗਾਂ ਜਾਇਜ਼ ਆ? ਹੁਣ ਤੱਕ ਸਰਕਾਰ ਨੂੰ ਪਤਾ ਨਹੀਂ ਲੱਗਿਆ ਵੀ ਤੁਹਾਡੀਆਂ ਮੰਗਾਂ ਜਾਇਜ਼ ਆ? ਨਹੀਂ, ਬਿਲਕੁਲ ਨਹੀਂ ਜੀ, ਕਿਉਂਕਿ ਸਰਕਾਰ ਨੂੰ ਹਰੇਕ ਚੀਜ਼ ਦਾ ਪਤਾ ਹੁੰਦਾ ਹੈ। ਸੀਆਈਡੀ ਕਿਸ ਚੀਜ਼ ਲਈ ਆ,
CID ਤੋਂ ਉੱਪਰ ਉੱਠ ਕੇ ਅਸੀਂ ਤਾਂ ਆਮ ਪਬਲਿਕ 'ਚ ਗੱਲ ਕਰੀ ਆ। ਪਿੰਡਾਂ ਵਿੱਚ ਸਾਡੀਆਂ ਗੱਲਾਂ ਆਮ ਚਰਚਾ ਦਾ ਵਿਸ਼ਾ ਰਹੀਆਂ ਕਿ ਇਹ ਨਵੇਕਲਾ ਤਰੀਕਾ ਭੰਡੀ ਪ੍ਰਚਾਰ ਦਾ ਜੋ ਪੰਜਾਬ ਰੋਡਵੇਜ਼ ਪਨਬੱਸ PRTC ਦੇ ਮੁਲਾਜ਼ਮਾਂ ਵੱਲੋਂ ਅਪਣਾਇਆ ਗਿਆ, ਤਾਂ ਅਸੀਂ ਨਹੀਂ ਮੰਨਦੇ ਕਿ ਸਰਕਾਰ ਨੂੰ ਇਹ ਸਾਡੀ ਗੱਲ ਦੀ ਪਤਾ ਨਹੀਂ ਤੀ, ਸਾਡੀਆਂ ਮੰਗਾਂ ਦਾ ਨਹੀਂ ਪਤਾ। ਅਸੀਂ ਆਪਣੀ ਅਫਸਰਸ਼ਾਹੀ ਨੂੰ ਸਾਰੀ ਨੂੰ ਬਕਾਇਦਾ ਦੱਸਦੇ ਰਹੇ ਆ। ਸਾਡੇ ਡਾਇਰੈਕਟਰ ਸੈਕਟਰੀ ਟਰਾਂਸਪੋਰਟ ਨਾਲ ਮੀਟਿੰਗਾਂ ਬਕਾਇਦਾ ਹੁੰਦੀਆਂ ਰਹੀਆਂ, ਟਰਾਂਸਪੋਰਟ ਮੰਤਰੀ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਤੇ ਟਰਾਂਸਪੋਰਟ ਮੰਤਰੀ ਨੇ ਸਾਡੇ ਕੋਲੋਂ ਪ੍ਰਪੋਜ਼ਲ ਲਈ ਆ ਕਿ ਤੁਸੀਂ ਕਿਸ ਹਿਸਾਬ ਨਾਲ ਆਪਣੀ ਜੋ ਰੈਗੂਲਰ ਆ ਉਹ ਹੋਣਾ ਚਾਹੁੰਦੇ ਆ। ਤਾਂ ਅਸੀਂ ਪ੍ਰਪੋਜ਼ਲ ਬਣਾ ਕੇ ਉਹਨਾਂ ਦੇ ਅੱਗੇ ਰੱਖੀ ਆ, ਉਹਨਾਂ ਦੇ ਟੇਬਲ ਤੇ ਗਈ ਆ ਤੇ ਉਹਨਾਂ ਵੱਲੋਂ ਉਹ ਅੱਗੇ ਸਾਨੂੰ ਕਿਹਾ ਗਿਆ ਸੀ ਕਿ ਜੋ ਵੀ ਕੈਬਨਿਟ ਦੀ ਮੀਟਿੰਗ ਹੋਊਗੀ ਉਹਦੇ ਵਿੱਚ ਵਿਚਾਰ ਕਰਿਆ ਜਾਊਗਾ। ਪਰ ਅਸੀਂ ਫਿਰ ਵੀ 2 ਕੈਬਨਿਟ ਦੀ ਮੀਟਿੰਗਾਂ ਦਾ ਸਮਾਂ ਜੋ ਸਰਕਾਰ ਨੂੰ ਦਿੱਤਾ, ਸਰਕਾਰ ਵੱਲੋਂ ਸਾਨੂੰ 1 ਕੈਬਨਿਟ ਦੀ ਮੀਟਿੰਗ ਦਾ ਭਰੋਸਾ ਦਵਾਇਆ ਗਿਆ ਸੀ। ਅਸੀਂ ਫਿਰ ਵੀ ਲੰਬੀ ਸੋਚ ਅਪਣਾ ਕੇ ਕਿ ਆਮ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ, ਕਿਉਂਕਿ ਸਾਡੇ ਹੀ ਮਾਵਾਂ ਤੇ ਭੈਣਾਂ ਤੇ ਬਜ਼ੁਰਗ ਸਾਡੇ ਇਹਨਾਂ ਬੱਸਾਂ ਵਿੱਚ ਬੱਚੇ ਸਾਡੇ ਸਫ਼ਰ ਕਰਦੇ ਨੇ। ਸੋ ਅਸੀਂ ਆਮ ਜਨਤਾ ਦੀ ਸਹੂਲਤ ਨੂੰ ਦੇਖਦੇ ਹੋਏ ਫਿਰ ਵੀ ਸਰਕਾਰ ਨੂੰ ਲੰਬਾ ਸਮਾਂ ਦਿੱਤਾ ਕਿ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਵੱਲ ਧਿਆਨ ਦਿੰਦੇ ਹੋਏ ਇਸ ਅਣਮਿੱਥੀ ਹੜਤਾਲ ਤੋਂ ਅਸੀਂ ਬਚ ਸਕੀਏ। ਪਰ ਮਜਬੂਰੀ ਬਸ, ਕਿਉਂਕਿ ਸਰਕਾਰ ਦੀ ਨੀਂਦ ਨਹੀਂ ਖੁੱਲੀ। ਸਰਕਾਰ ਆਪਣੇ ਕੰਮਾਂ ਵਿੱਚ, ਆਪਣੇ ਐਸ਼ੀ ਕੰਮਾਂ ਵਿੱਚ ਉਲਝੀ ਰਹੀ, ਪਰ ਹੱਕੀ ਤੇ ਜਾਇਜ਼ ਮੰਗਾਂ ਮੁਲਾਜ਼ਮਾਂ ਦੀਆਂ ਵੱਲ, PRTC ਪਨਬੱਸ ਦੀਆਂ ਵੱਲ ਉਹਨਾਂ ਕੋਈ ਵੀ ਤਵੱਜੋ ਨਹੀਂ ਦਿੱਤੀ, ਜਿਸ ਦਾ ਕਿ ਸਿੱਟਾ ਇਹ ਆ ਕਿ ਅੱਜ ਸਮੁੱਚਾ ਟਰਾਂਸਪੋਰਟ ਅਦਾਰਾ ਬੰਦ ਪਿਆ। ਤੁਸੀਂ ਸਾਡੇ ਡਿਪੂ 'ਚ ਦੇਖ ਲਓ, ਸਾਰੀਆਂ ਬੱਸਾਂ ਡਿਪੂ 'ਚ ਖੜੀਆਂ। ਸਾਡੇ ਪਨਬੱਸ ਦੀ 100% ਬੱਸ ਸਾਡੇ ਡਿਪੂ 'ਚ ਰੋਪੜ ਖੜੀ ਆ। ਬਿਲਕੁਲ। ਜਿਹੜਾ ਮੁਲਾਜ਼ਮ ਹੈ, ਜਿਹੜੇ ਪੱਕੇ ਮੁਲਾਜ਼ਮ ਹੈ ਜਾਂ ਤੁਹਾਡੇ ਅਦਾਰੇ ਦੇ ਵਿੱਚ ਜਿਹੜੇ ਤੁਹਾਡੇ ਅਫਸਰ ਹੈਗੇ ਆ, ਉਹ ਤੁਹਾਡੀ ਜਿਹੜੀ ਹੜਤਾਲ ਹੈ ਇਹਨੂੰ ਸਪੋਰਟ ਕਰ ਰਹੇ ਆ, ਸਹਿਯੋਗ ਮਿਲ ਰਿਹਾ ਤੁਹਾਨੂੰ, ਜਾਂ ਫਿਰ ਤੁਹਾਨੂੰ ਇਸ ਹੜਤਾਲ ਤੋਂ ਰੋਕਣ ਦੀਆਂ ਕਾਰਵਾਈਆਂ ਕੀਤੀ ਜਾ ਰਹੀਆਂ? ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ। ਦੇਖੋ, ਸਾਨੂੰ 15 ਸਾਲ ਹੋ ਗਏ ਇਸ ਟਾਈਮ ਪੰਜਾਬ ਰੋਡਵੇਜ਼ ਵਿੱਚ ਕੰਮ ਕਰਦਿਆਂ ਨੂੰ। ਅੱਜ ਤੱਕ ਅਸੀਂ ਜਦੋਂ ਵੀ ਹੜਤਾਲ ਕਰੀ ਹੈ ਇਹ ਸਾਡੇ ਖਿਲਾਫ ਚੱਲੇ ਹੈ, ਇਹ ਸਾਡਾ ਇਹਨੇ ਕਦੇ ਸਾਥ ਨਹੀਂ ਦਿੱਤਾ। ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਵੀ ਬਹੁਤ ਵਾਰ ਅਸੀਂ ਨੋਟਿਸ ਦੇ ਚੁੱਕੇ ਹਾਂ। ਇਸ ਵਾਰੀ 40 ਦਿਨ ਪਹਿਲਾਂ ਅਸੀਂ ਨੋਟਿਸ ਦਿੱਤਾ ਸੀ ਸਰਕਾਰ ਨੂੰ ਵੀ ਆਹ ਸਾਡੀਆਂ ਜਾਇਜ਼ ਮੰਗਾਂ, ਸਾਡੀ ਕੋਈ ਮੰਗ ਫਾਲਤੂ ਨਹੀਂ ਹੈ, ਇੱਕੋ ਹੀ ਮੰਗ ਹੈ ਵੀ ਜਿੰਨੇ PRTC ਦੇ ਪਨਬੱਸ ਦੇ ਕੱਚੇ ਕੰਮ ਆ ਉਹਨਾਂ ਨੂੰ ਸਾਰਿਆਂ ਨੂੰ ਰੈਗੂਲਰ ਕੀਤਾ ਜਾਵੇ, ਔਰ ਜਿੰਨੀਆਂ ਪਨਬੱਸ ਦੀਆਂ ਬੱਸਾਂ ਨੇ ਉਹਨਾਂ ਨੂੰ ਰੋਡਵੇਜ਼ ਵਿੱਚ ਮਰਜ ਕੀਤਾ ਜਾਵੇ ਸਮੇਤ ਸਟਾਫ। ਸਾਡੀ ਕੋਈ ਫਾਲਤੂ ਮੰਗ ਨਹੀਂ ਹੈ ਸਰਕਾਰ ਤੇ। ਸਰਕਾਰ ਨੂੰ 40 ਦਿਨ ਦੇ ਨੋਟਿਸ ਦਾ ਨਹੀਂ ਪਤਾ ਲੱਗਿਆ। ਜਿੱਦਣ ਅਸੀਂ ਸਿਸਮਾ ਟੀ ਪੁਆਇੰਟ ਘੇਰਿਆ ਉਦਣ ਸਰਕਾਰ ਦੀ ਅੱਖ ਖੁੱਲੀ ਵੀ ਉਹ ਆ ਗਏ ਨੇ, ਸਿਸਮਾ ਟੀ ਪੁਆਇੰਟ ਘੇਰਿਆ। ਅਸੀਂ ਸਰਕਾਰ ਨੂੰ ਨੋਟਿਸ ਇਸੇ ਵਾਸਤੇ ਦਿੰਦੇ ਆ ਵੀ ਸਰਕਾਰ ਪਹਿਲਾਂ ਕੋਈ ਹੱਲ ਕਰੇ। ਅਸੀਂ ਹੜਤਾਲ ਕਰਕੇ ਖੁਸ਼ ਨਹੀਂ ਹੈ, ਪਬਲਿਕ ਤੇ ਅਸੀਂ ਗਲਤੀ ਮੰਨਦੇ ਆ ਵੀ ਅਸੀਂ ਹੜਤਾਲ, ਸਾਡੀ ਜਾਇਜ਼ ਹੜਤਾਲ ਹੈ, ਕੋਈ ਸਾਡੀ ਨਜਾਇਜ਼ ਨਹੀਂ ਹੈ। ਸਾਡੇ ਬੱਚਿਆਂ ਦਾ ਭਵਿੱਖ ਦਾ ਕੰਮ ਹੈ ਇਹ। ਸਾਡੇ ਬੱਚੇ ਵੀ ਸਾਡੇ ਬਰਾਬਰ ਦੇ ਹੋ ਚੱਲੇ। ਅਸੀਂ 15-15 ਸਾਲ ਇਸ ਮਹਿਕਮੇ 'ਚ ਕੰਮ ਕਰਦੇ ਹੋ ਗਏ, ਪਰ ਅਸੀਂ 10 ਜਾਂ 12 ਹਜ਼ਾਰ 'ਚ ਕੰਮ ਕਰਦੇ ਹਾਂ। ਪਰ ਅੱਜ ਦੇ ਟਾਈਮ ਦੇ ਵਿੱਚ 10-12 ਹਜ਼ਾਰ ਰੁਪਏ ਨਾਲ ਮੈਨੂੰ ਗੁਜ਼ਾਰਾ ਕਰਕੇ ਦੱਸ ਦੇਣ। ਸਾਡੇ ਜੋ ਬਿਜਲੀ ਦੇ ਬਿੱਲ ਹੈ ਇਸ ਟਾਈਮ ਉਹ 4-4 5-5 ਹਜ਼ਾਰ ਆਉਂਦੇ ਨੇ। ਇਹਨਾਂ ਦੇ ਆਪਣੇ ਅਲੀਸ਼ਾਨ ਮਹਿਲਾਂ ਦੇ ਵਿੱਚ 15-15 18-18 AC ਲੱਗੇ ਆ। ਸਾਡੇ ਇੱਕ ਪੱਖੇ ਦੀ ਵੀ ਜੋ ਹੈ ਉਹ ਲਾਈਟ ਨਹੀਂ ਆਉਂਦੀ। ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿੰਨਾ PRTC ਔਰ ਪਨਬੱਸ ਦੇ ਵਿੱਚ ਕੱਚਾ ਕੰਮ ਹੈ ਉਹਨੂੰ ਰੈਗੂਲਰ ਕੀਤਾ ਜਾਵੇ। ਔਰ ਜੋ ਅੱਜ ਦੀ ਸਾਡੀ ਮੀਟਿੰਗ ਸੀ ਉਹ ਆਉਣ ਵਾਲੇ ਸਮੇਂ ਦੇ ਵਿੱਚ, ਜੋ ਕੱਲ੍ਹ ਨੂੰ ਪਰਸੋਂ ਨੂੰ ਮੀਟਿੰਗ ਹੈ ਮੰਤਰੀ ਸਾਹਿਬ ਨਾਲ, ਕੈਪਟਨ ਸਾਹਿਬ ਨਾਲ, ਅਗਰ ਪਰਸੋਂ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ 15 ਤਰੀਕ ਦਾ ਜੋ ਸਾਡਾ ਨੋਟਿਸ ਅਸੀਂ ਦੇ ਚੁੱਕੇ ਹਾਂ ਪਹਿਲਾਂ ਹੀ, ਸਿਸਮਾ ਟੀ ਪੁਆਇੰਟ 'ਤੇ ਹੀ ਦਿੱਤਾ ਸੀ, ਜੋ ਅਸੀਂ 15 ਤਰੀਕ ਨੂੰ ਹੈ ਸਿਸਮਾ ਟੀ ਪੁਆਇੰਟ ਘੇਰਾਂਗੇ। ਅਣਮਿੱਥੇ ਸਮੇਂ ਵਾਸਤੇ ਉੱਥੇ ਪੱਕਾ ਧਰਨਾ ਲਾ ਕੇ ਬੈਠਾਂਗੇ। ਇੱਕ ਵਾਰ ਪ੍ਰਸ਼ਾਸਨ ਨੇ ਠਾਲਤਾ, ਉਹਨੇ ਸਾਨੂੰ ਮੀਟਿੰਗ ਦਿੱਤੀ ਹੈ। ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ, ਉਹਨਾਂ ਦੇ ਭਰੋਸੇ ਅਸੀਂ ਉੱਠ ਕੇ ਆਏ ਹਾਂ। ਪਰ ਹੁਣ ਜਿਹੜਾ 15 ਤਰੀਕ ਨੂੰ ਸਾਡਾ ਮੋਰਚਾ ਹੋਊਗਾ ਸਿਸਮਾ ਟੀ ਪੁਆਇੰਟ 'ਤੇ ਪੱਕਾ ਹੋਊਗਾ, ਉੱਥੇ ਸਾਡਾ ਘੱਟੋ ਘੱਟ ਵੀ ਜਿੱਦਾਂ ਆਪਣਾ ਪਰਸੋਂ ਸਾਡੇ ਕੋਲ ਉੱਥੇ ਪਬਲਿਕ ਪਹੁੰਚੀ ਸੀ ਘੱਟ ਤੋਂ ਘੱਟ 10,000, ਪਰ ਅਸੀਂ ਸਾਡੇ ਵਿੱਚ ਉਸ ਟਾਈਮ ਜ਼ਿਮੀਂਦਾਰ ਭਰਾ ਨਹੀਂ ਸੀਗੇ, ਸਾਡੇ ਕੋਲ ਹੋਰ ਜਥੇਬੰਦੀਆਂ ਨਹੀਂ ਸੀਗੀਆਂ। ਅਗਰ 15 ਤਰੀਕ ਨੂੰ ਸਾਡੇ ਕੋਲ ਜ਼ਿਮੀਂਦਾਰ ਭਰਾ ਵੀ ਆਣਗੇ, ਹੋਰ ਬਾਕੀ ਜਥੇਬੰਦੀਆਂ ਵੀ ਆਣਗੀਆਂ, ਪੱਕਾ ਧਰਨਾ ਲੱਗੂਗਾ। ਪੰਜਾਬ ਦੇ ਵਿੱਚ ਪਹਿਲਾ ਧਰਨਾ ਹੋਊਗਾ। ਇੱਕ ਸਾਡੇ ਧਰਨੇ ਤੇ ਚਾਚੇ ਤਾਏ ਬੈਠੇ ਨੇ ਦਿੱਲੀ ਦੀਆਂ ਬਰੂਹਾਂ ਤੇ। ਪੰਜਾਬ ਦੇ ਵਿੱਚ ਇਹ ਪਹਿਲਾ ਧਰਨਾ ਹੋਊਗਾ ਜੋ PRTC ਤੇ ਪਨਬੱਸ ਵਾਲੇ ਲਾ ਰਹੇ ਨੇ। ਉਹ ਜ਼ਿਮੀਂਦਾਰਾਂ ਦੇ ਅਸੀਂ ਆਪਣੇ ਭਰਾਵਾਂ ਦੇ ਸੰਯੋਗ ਨਾਲ ਲਾਵਾਂਗੇ ਔਰ ਪੱਕਾ ਧਰਨਾ ਲੱਗੂਗਾ ਸਾਡਾ। ਤੁਹਾਨੂੰ ਜਿਸ ਤਰ੍ਹਾਂ ਤੁਸੀਂ ਹੜਤਾਲ ਤੇ ਹੈਗੇ ਹੋ, ਤਾਂ ਸਰਕਾਰ ਵੱਲੋਂ ਜਦੋਂ ਕੋਈ
ਸਾਹਮਣੇ ਆ ਕੇ ਖੜਾ ਹੋ ਜਾਂਦਾ, ਬਗਾਵਤ ਕਰਦਾ, ਕਿਸੇ ਮਹਿਕਮੇ ਦੇ ਵਿੱਚ ਬਗਾਵਤ ਹੁੰਦੀ ਹੈ, ਫਿਰ ਸਰਕਾਰ ਵੱਲੋਂ ਉਹਨੂੰ ਡਰਾਉਣ ਧਮਕਾਉਣ ਦੀਆਂ ਵੀ ਕੋਸ਼ਿਸ਼ਾਂ ਹੁੰਦੀਆਂ ਹੀ ਅਕਸਰ, ਕੁਛ ਨਾ ਕੁਛ ਅੱਗਿਓਂ ਉੱਪਰੋਂ ਨੋਟਿਸ ਕੱਢੇ ਜਾਂਦੇ, ਕੁਛ ਇੱਦਾਂ ਦਾ ਨੋਟਿਸ ਤਾਂ ਨਹੀਂ ਆਇਆ? ਸਾਡੇ ਕੋਲ ਜੀ 4 ਦਿਨ ਹੋ ਗਏ ਸਾਡੇ ਘਰ ਨੋਟਿਸ ਪਹੁੰਚੇ। ਕਾਹਦੇ ਨੋਟਿਸ ਹੈ ਜੀ? ਉਹ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਤੁਸੀਂ ਹੜਤਾਲ ਖਤਮ ਕਰਕੇ ਆਪਦੇ ਕੰਮ ਤੇ ਆ ਜਾਓ, ਨਹੀਂ ਤਾਂ ਤੁਹਾਨੂੰ ਕੱਢ ਵੀ ਦਿੱਤਾ ਜਾਵੇਗਾ। ਔਰ ਸਾਡੇ ਕੋਲ ਰਾਤ ਕੁਝ ਬੰਦੇ ਸਾਨੂੰ ਪਤਾ ਲੱਗਿਆ ਸੀ ਵੀ ਇਹ ਜੋ ਇਨੀ ਸਾਡਾ ਠੇਕੇਦਾਰ ਹੈ ਦਿਤਾਰ ਵਾਲਾ, ਉਹਨੇ ਆਇਡ ਕੱਢੀ ਵੀ ਨਵੀਂ ਭਰਤੀ ਰੋਡਵੇਜ਼ ਦੇ ਵਿੱਚ। ਅਸੀਂ ਖੁਦ ਰੋਡਵੇਜ਼ ਦੀ ਭਰਤੀ, ਜੋ ਰੋਡਵੇਜ਼ ਦੀ ਐਡ ਹੋਈ ਸੀ ਉਹਦੇ ਵਿੱਚ ਅਸੀਂ ਰੋਡਵੇਜ਼ ਦੀ ਭਰਤੀ 'ਚ ਹੋ ਕੇ ਅਸੀਂ ਆਏ ਸੀ, ਪਰ ਸਾਨੂੰ ਨਹੀਂ ਪਤਾ ਸੀ ਸਰਕਾਰ ਨੇ ਇੱਦਾਂ ਦੀਆਂ ਚਾਲਾਂ ਚੱਲਣੀਆਂ। ਅਸੀਂ ਪੂਰੇ ਆਪਣੇ ਕਾਗਜ਼ ਡਾਕੂਮੈਂਟ ਪੂਰੇ ਕਰਕੇ ਟ੍ਰੇਨਿੰਗਾਂ ਕਰਕੇ ਅਸੀਂ ਰੋਡਵੇਜ਼ ਦੀ ਭਰਤੀ 'ਚ ਆਏ ਸੀ। ਹੁਣ ਜਿਹੜੀ ਐਡ ਕੱਢੀ ਗਈ ਹੈ ਉਹ ਕਿੰਨੇ ਕਾਮਿਆਂ ਲਈ ਕੱਢੀ ਗਈ ਹੈ, ਕਿੰਨੇ ਡਰਾਈਵਰ ਕੰਡਕਟਰਾਂ ਲਈ? ਹੁਣ ਖੁੱਲੇ ਆ ਜੀ, ਉਹ ਨਹੀਂ ਕਰਿਆ ਵਾ ਬਈ ਕੋਈ ਉਹ ਨਹੀਂ ਆ ਜਿੰਨੇ। ਮਤਲਬ ਇਰਾਦਾ ਇਹ ਆ ਕਿ ਤੁਹਾਨੂੰ ਸਾਰਿਆਂ ਨੂੰ ਕੱਢ ਕੇ ਇੱਕ ਨਵੀਂ ਭਰਤੀ ਕੀਤੀ ਜਾਵੇ। ਇੱਕ ਪਾਸੇ ਸਰਕਾਰ ਤੁਹਾਨੂੰ ਕਹਿ ਰਹੀ ਆ ਕਿ ਤੁਸੀਂ ਗੱਲਬਾਤ ਕਰੋ, ਕੈਪਟਨ ਸਾਹਿਬ ਨੇ ਤੁਹਾਨੂੰ ਮੀਟਿੰਗ ਦਾ ਟਾਈਮ ਦਿੱਤਾ ਹੈ, ਫਿਰ ਦੂਜੀ ਪਾਸੇ ਜਿਹੜੇ ਐਡ ਕੱਢੀ ਜਾਂਦੀ ਹੈ ਦੁਬਾਰਾ ਕਾਮਿਆਂ ਨੂੰ ਰੱਖਣ ਦੇ ਲਈ, ਇਹਨੂੰ ਫਿਰ ਤੁਸੀਂ ਕਿੱਦਾਂ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਜਿਹੜੀ ਮੀਟਿੰਗ ਦਿੱਤੀ ਗਈ ਉਹਦੇ 'ਚ ਤੁਹਾਡਾ ਕੋਈ ਹੱਲ ਨਿਕਲੇਗਾ? ਕਿਉਂਕਿ ਸਰਕਾਰ ਤਾਂ ਇੱਕ ਪਾਸੇ ਐਡ ਕੱਢ ਰਹੀ ਹੈ ਤੇ ਦੂਜੇ ਪਾਸੇ ਤੁਹਾਨੂੰ ਮੀਟਿੰਗ ਦੇ ਰਹੀ ਹੈ। ਦੇਖੋ ਅਸੀਂ ਇੱਕ ਕਹਿ ਰਹੇ ਆ ਵੀ ਜੇ ਅਗਰ ਐਡ ਅਸੀਂ ਨਹੀਂ ਕੱਢੀ ਆ ਕੋਈ ਗੱਲ ਨਹੀਂ, ਜੇ 15 ਤਰੀਕ 14 ਤਰੀਕ ਨੂੰ ਸਾਡਾ ਹੱਲ ਨਾ ਹੁੰਦਾ ਤਾਂ 15 ਤਰੀਕ ਨੂੰ ਧਰਨਾ ਵੀ ਹੋਊਗਾ ਸਾਡਾ ਪੱਕਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਲੈਕਸ਼ਨ ਸਾਡੇ ਲਾਗੇ ਆ ਗਏ ਨੇ, 5-4 ਮਹੀਨੇ ਰਹਿ ਗਏ ਨੇ, ਕਾਂਗਰਸ ਸਰਕਾਰ ਨੂੰ ਅਸੀਂ ਇੱਕ ਚੇਤਾਵਨੀ ਦਿੰਦੇ ਆ ਵੀ ਜਿੱਦਾਂ ਆਲ ਇੰਡੀਆ ਦੇ ਵਿੱਚੋਂ ਕਾਂਗਰਸ ਖਤਮ ਹੋਈ ਨਾ, ਇਸ ਤਰ੍ਹਾਂ ਅਸੀਂ ਕਾਂਗਰਸ ਦੀ ਫੱਟੀ ਪੋਚ ਦਿਆਂਗੇ ਔਰ ਇਹਨਾਂ ਨੂੰ ਪਿੰਡਾਂ 'ਚ ਬਿਲਕੁਲ ਨਹੀਂ ਬਣ ਦਾਂਗੇ। ਅਸੀਂ ਕਹਿੰਦੇ ਹਾਂ ਅਸੀਂ ਇਹਨਾਂ ਦੇ ਬੱਚੇ ਆ ਵੀ ਅਸੀਂ ਸਾਨੂੰ ਰੁਜ਼ਗਾਰ ਦਿੱਤਾ ਜਾਵੇ। ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਸਮ ਖਾਧੀ ਸੀ ਵੀ ਮੈਂ ਘਰ ਘਰ ਰੁਜ਼ਗਾਰ ਦੂੰਗਾ, ਨਸ਼ਾ ਖਤਮ ਕਰ ਦੂੰਗਾ, ਪਰ ਮੈਨੂੰ ਇੱਕ ਵੀ ਬੰਦਾ ਦੱਸ ਦੇ ਵੀ ਸਾਨੂੰ ਰੁਜ਼ਗਾਰ ਦਿੱਤਾ। ਇਨੀ ਕਿਸੇ ਫੈਕਟਰੀਆਂ ਦੇ ਵਿੱਚ ਲਾਤੇ, ਕੋ ਮੌਲਾਂ ਤੇ ਲਾਤੇ, ਉਹਨਾਂ ਨੂੰ ਇਹ ਰੁਜ਼ਗਾਰ ਦੱਸਦੇ ਆ, ਸਾਨੂੰ ਇਹ ਪਤਾ ਦੱਸਦੇ ਆ ਵੀ ਅਸੀਂ 10 ਲੱਖ ਰੁਜ਼ਗਾਰ ਦੇ ਦਿੱਤਾ, ਪਰ ਕੋਈ ਰੁਜ਼ਗਾਰ ਨਹੀਂ ਦਿੱਤਾ। ਰੁਜ਼ਗਾਰ ਹੀ ਨਹੀਂ ਦਿੱਤਾ ਕਾਰਪੋਰੇਟ ਘਰਾਣਿਆਂ ਨੂੰ, ਵੱਡੇ ਵੱਡੇ ਘਰਾਣਿਆਂ ਨੂੰ, ਕੋਈ ਡੀਸੀ ਲਾਤਾ, ਕੋਈ ਐਸਐਸਪੀ ਲਾਤਾ, ਕੋਈ ਤਹਿਸੀਲਦਾਰ ਲਾਤਾ। ਹੁਣ ਇਸ ਟਾਈਮ ਰੋਡਵੇਜ਼ ਦੀ ਹੜਤਾਲ ਚੱਲਦੀ ਹੈ। ਦੇਖੋ ਹੜਤਾਲ ਚੱਲਦੀ ਹੈ, ਇਹਦੇ ਵਿੱਚ ਜੋ ਮਸਲਾ ਕੱਢਣਾ ਸੀਗਾ ਨੋਟਿਸ ਤੇ ਵੀ ਕੱਢ ਸਕਦੇ ਜੇ, ਜੋ ਅਸੀਂ ਨੋਟਿਸ ਦਿੱਤਾ ਸੀ 40 ਦਿਨ। ਹੁਣ ਇਸ ਟਾਈਮ ਇਹ ਪ੍ਰਾਈਵੇਟ ਦੀਆਂ ਜਿੰਨੀਆਂ ਬੱਸਾਂ ਚੱਲਦੀਆਂ, ਕਾਰਪੋਰੇਟ ਘਰਾਣੇ ਦੀਆਂ ਚੱਲਦੀਆਂ, ਉਹਨਾਂ ਨੂੰ ਇਹ ਫਾਇਦਾ ਦੇਣਾ ਚਾਹੁੰਦੇ ਆ। ਰੋਡਵੇਜ਼ ਦਾ ਦਾਇਰਾ ਇਹ ਬੰਦ ਕਰਨਾ ਚਾਹੁੰਦੇ ਆ ਵੀ ਰੋਡਵੇਜ਼ ਦਾ ਦਾਇਰਾ ਬੰਦ ਹੋ ਜੇ। ਅਸੀਂ ਪ੍ਰਾਈਵੇਟ ਜੋ ਇਹਨਾਂ ਦੇ ਆਪਣੇ ਮੰਤਰੀ ਸੰਤਰੀ ਆ ਉਹਨਾਂ ਦੀਆਂ ਬੱਸਾਂ ਚੱਲਦੀਆਂ, ਅਸੀਂ ਪੰਜਾਬ ਦੀ ਟਰਾਂਸਪੋਰਟ ਦੀ ਰੀੜ੍ਹ ਦੀ ਹੱਡੀ ਆ ਡਰਾਈਵਰ ਕਨੈਕਟਰ ਔਰ ਵਰਕਸ਼ਾਪ। ਅਸੀਂ ਅੱਜ ਕਸਮ ਖਾਂਦੇ ਆ ਵੀ ਰੋਡਵੇਜ਼ ਦਾ ਦਾਇਰਾ ਅਸੀਂ ਬੰਦ ਨਹੀਂ ਹੋਣ ਦੇਵਾਂਗੇ। ਸਾਨੂੰ ਜੋ ਕਰਨਾ ਪਿਆ ਅਸੀਂ ਉਹ ਕਰਾਂਗੇ। ਅਸੀਂ ਆਉਣ ਵਾਲੇ ਸਮੇਂ 'ਚ ਜੋ ਬੱਚਿਆਂ ਦਾ ਭਵਿੱਖ ਹੈ ਉਹ ਅਸੀਂ ਸੰਵਾਰਾਂਗੇ। ਅਸੀਂ ਰੋਡਵੇਜ਼ ਦਾ ਦਾਇਰਾ ਬੰਦ ਨਹੀਂ ਬਿਲਕੁਲ ਹੋਣ ਦੇਵਾਂਗੇ। 7 ਦਿਨ ਤੁਹਾਡੀ ਹੜਤਾਲ ਨੂੰ ਹੋ ਗਏ ਤੁਹਾਡੇ ਦੱਸਣ ਮੁਤਾਬਕ, ਪਰ ਅਜੇ ਤੱਕ ਜੇ ਅਸੀਂ ਦੇਖਦੇ ਹਾਂ ਬੱਸ ਅੱਡਿਆਂ ਦੇ ਉੱਤੇ ਜਾ ਕੇ ਕੋਈ ਸਵਾਰੀਆਂ ਦੀ ਭੀੜ ਨਹੀਂ ਨਜ਼ਰ ਆਉਂਦੀ। ਜੇ ਤੁਹਾਡੀਆਂ ਬੱਸਾਂ ਨਹੀਂ ਚੱਲ ਰਹੀਆਂ, ਪਹਿਲਾਂ ਤਾਂ ਕੁਝ ਬੱਸਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਪੀਆਰਟੀਸੀ ਦੇ ਪੱਕੇ ਮੁਲਾਜ਼ਮਾਂ ਦੀ ਚੱਲ ਰਹੀਆਂ। ਪਹਿਲਾ ਸਵਾਲ ਤਾਂ ਇਹ ਆ ਕਿ ਉਹ ਤੁਹਾਡਾ ਸਾਥ ਕਿਉਂ ਨਹੀਂ ਦੇ ਰਹੇ ਪੱਕੇ ਮੁਲਾਜ਼ਮ, ਜਦੋਂ ਕਿ ਤੁਸੀਂ ਇੱਕੇ ਥਾਂ ਆਉਂਦੇ ਹੋ, ਇਕੱਠੇ ਬਹਿੰਦੇ ਹੋ, ਇੱਕੇ ਜਿਹੜੇ ਹੈਗੇ ਤੁਹਾਡੇ ਡਿਪੂਆਂ ਦੇ ਵਿੱਚ ਤੁਸੀਂ ਆਪਸ ਵਿੱਚ ਮਿਲਦੇ ਵਿਚਰਦੇ ਵੀ ਹੋ, ਪਰ ਜਦੋਂ ਤੁਹਾਨੂੰ ਸਪੋਰਟ ਤੁਹਾਡੇ ਭਰਾਵਾਂ ਦੀ ਨਹੀਂ ਮਿਲੂਗੀ, ਸਰਕਾਰਾਂ ਤੁਹਾਨੂੰ ਹੱਕ ਕਿੱਦਾਂ ਦੇਣਗੀਆਂ ਫਿਰ? ਦੇਖੋ ਉਹਨਾਂ ਦੀ ਤਨਖਾਹ ਸਰਕਾਰੀ ਖਜ਼ਾਨੇ 'ਚੋਂ ਆਉਂਦੀ, ਸਾਡੀ ਤਨਖਾਹ ਠੇਕੇਦਾਰ ਦੇ ਰਿਹਾ ਜੀ। ਠੇਕੇਦਾਰ 1 ਕਰੋੜਾਂ ਰੁਪਏ ਦਾ ਘਪਲਾ ਕਰਕੇ ਜਿੱਥੇ ਸਾਡੀ ਬਣਦੀ ਤਨਖਾਹ ਹੈ ਉਹ 30 35 ਹਜ਼ਾਰ ਰੁਪਈਆ ਬਣਦੀ ਹੈ, ਉਹ ਨਹੀਂ ਸਾਨੂੰ ਮਿਲਦੀ। ਸਾਨੂੰ 8 ਜਾਂ 10 ਹਜ਼ਾਰ ਰੁਪਏ ਮਿਲਦੀ। ਉਹ ਸਰਕਾਰ ਇਹਨਾਂ ਤੋਂ ਇਹ ਕੰਮ ਕਰਾਉਂਦੀ ਹੈ। 8 ਕਰੋੜ ਰੁਪਏ ਦਾ ਘਾਟਾ ਜੋ ਗੌਰਮੈਂਟ ਨੂੰ ਲੱਗ ਰਿਹਾ ਉਹ ਠੇਕੇਦਾਰ ਨੂੰ ਮਿਲ ਰਿਹਾ। ਠੇਕੇਦਾਰ ਜੋ ਅਫਸਰਾਂ ਨਾਲ ਰਲੀ ਮਿਲੀ ਭੁਗਤ ਹੈ। ਜੋ ਸਾਡੇ ਪੱਕੇ ਕੰਮ ਆ ਇਹ ਸਾਡੇ ਨਾਲ ਚੱਲਦੇ ਵੀ ਸੀਗੇ ਪਹਿਲੇ, ਪਰ ਇਹਨਾਂ ਜੋ ਤਨਖਾਹ ਆਇਆ ਹੈ ਇਹਨਾਂ ਨੂੰ ਜੋ ਖਜ਼ਾਨੇ 'ਚੋਂ ਮਿਲਦੀ, ਇਹਨਾਂ ਨੂੰ ਸਰਕਾਰ ਦਾ ਹੁਕਮ ਮੰਨਣਾ ਪੈਂਦਾ। ਸਾਨੂੰ ਸਰਕਾਰ ਜਦ ਮਰਜੀ ਕਹੋ ਕੰਤੇ ਫੜ ਕੇ ਬਾਹਰ ਵੀ ਕੱਢ ਸਕਦੀ, ਪਰ ਅਸੀਂ ਨਹੀਂ ਨਿਕਲਾਂਗੇ। ਸਰਕਾਰੀ ਅਦਾਰੇ ਦੇ ਵਿੱਚ ਐਡ ਤੇ ਅਸੀਂ ਭਰਤੀ ਹੋਏ ਹਾਂ, ਪੱਕਾ ਜਦ ਤੱਕ ਹੋਊਂਗੇ ਨਹੀਂ ਜਦ ਤੱਕ ਅਸੀਂ ਅਦਾਰੇ 'ਚ ਨਿਕਲਾਂਗੇ ਨਹੀਂ। ਫਿਰ ਪ੍ਰਾਈਵੇਟ ਬੱਸਾਂ ਤਾਂ ਕਮੀ ਆਣ ਹੀ ਨਹੀਂ ਦਿੰਦੀਆਂ, ਜਿਹੜੀ ਲੋਕ ਸੜਕਾਂ ਦੇ ਉੱਤੇ ਖੜੇ ਆ। ਜੇ ਤੁਹਾਡੀ ਬੱਸ ਨਹੀਂ ਚੱਲ ਰਹੀ, 2200 ਬੱਸ ਤੁਹਾਡੀ ਇਹ ਖੜੀ ਆ, ਤਾਂ ਟਾਈਮ ਉਹਨਾਂ ਦਾ ਜਿਹੜਾ ਖਾਲੀ ਟਾਈਮ ਆ ਉਹਦੇ ਵਿੱਚ ਤਾਂ ਹੋਰ ਬੱਸਾਂ ਚੱਲ ਰਹੀਆਂ, ਉਹ ਤਾਂ ਉਹਨਾਂ ਦੇ ਤਾਂ ਨਜ਼ਾਰੇ ਬਣੇ ਪਏ ਆ। ਲੋੜ ਤੋਂ ਵੱਧ ਸਵਾਰੀ ਭਰ ਕੇ ਅਗਲੇ ਜਾ ਰਹੇ ਆ, ਫਿਰ ਫਾਇਦਾ ਉਹਨਾਂ ਨੂੰ ਮਿਲ ਰਿਹਾ ਤੇ ਨੁਕਸਾਨ ਤੁਹਾਨੂੰ ਹੋ ਰਿਹਾ। ਕਿਸੇ ਨੂੰ ਫਰਕ ਤਾਂ ਕੋਈ ਪੈ ਨਹੀਂ ਰਿਹਾ। ਅਸੀਂ ਜਨਰਲ ਮੈਨੇਜਰ ਨੂੰ ਨੋਟਿਸ ਦਿੱਤਾ ਸੀ ਅੱਜ ਤੋਂ 5 ਦਿਨ ਪਹਿਲਾਂ ਵੀ ਜਿੰਨੀਆਂ ਪ੍ਰਾਈਵੇਟ ਬੱਸਾਂ ਚੱਲਦੀਆਂ ਟਾਈਮ ਤੋਂ ਬਿਨਾਂ ਬਹੁਤ ਗੱਡੀਆਂ ਚੱਲਦੀਆਂ
ਵੀ ਉਹਨਾਂ ਨੂੰ ਬੰਦ ਕੀਤਾ ਜਾਵੇ। ਉਹ ਗੱਡੀਆਂ ਕਿਹਦੀਆਂ ਜਿਹੜੀ ਟਾਈਮ ਤੋਂ ਬਿਨਾਂ ਚੱਲਦੀਆਂ, ਪਹਿਲਾਂ ਉਹਨਾਂ ਨੂੰ ਪਰਮਿਟ ਪਏ ਹੋਏ ਆ ਉਹਨਾਂ ਰੂਟਾਂ ਦੇ, ਜਾਂ ਫਿਰ ਬਿਨਾਂ ਪਰਮਿਟ ਤੋਂ ਹੀ ਚੱਲ ਰਹੀਆਂ? ਬਿਨਾਂ ਪਰਮਿਟ ਤੋਂ ਚੱਲਦੀਆਂ ਜੀ ਉਹ ਕਾਰਪੋਰੇਟ ਘਰਾਣੇ ਦੀਆਂ, ਉਹਨਾਂ ਨੂੰ ਪ੍ਰਸ਼ਾਸਨ ਵੀ ਹੱਥ ਨਹੀਂ ਲਾਉਂਦਾ। ਅਗਰ ਅਸੀਂ ਪ੍ਰਸ਼ਾਸਨ ਨੂੰ ਕਹੀਏ ਵੀ ਗੱਡੀ ਬੰਦ ਕਰਨੀ ਬਿਨਾਂ ਟਾਈਮ ਤੇ ਕਾਗਜ਼ ਦੇਖਣੇ, ਉਹ ਨਹੀਂ ਚੈੱਕ ਕਰਦੇ। ਔਰ ਮਹਿਕਮੇ ਨੇ ਤਾਂ ਸਾਡੇ ਨਾਲ ਕਿਆ ਕਰਨਾ, ਉਹ ਪ੍ਰਸ਼ਾਸਨ ਵੀ ਉਹਨਾਂ ਨੂੰ ਹੱਥ ਨਹੀਂ ਲਾਉਂਦਾ। ਉਹ ਬਿਨਾਂ ਟਾਈਮ ਟੇਬਲ ਤੋਂ ਚੱਲਦੀਆਂ, ਰਾਤ ਨੂੰ 9 ਵਜੇ ਤੱਕ ਪ੍ਰਾਈਵੇਟ ਬੱਸਾਂ ਜੋ ਭਰ ਕੇ ਜਾ ਰਹੀਆਂ। ਜਲੰਧਰ ਦਾ ਸਾਡਾ ਕਿਰਾਇਆ 150 ਜਾਂ 200 ਰੁਪਇਆ, ਉਹ 400 ਰੁਪਇਆ ਕਿਰਾਇਆ ਲੈਂਦੇ ਆ। ਰੋਪੜ ਤੋਂ ਚੰਡੀਗੜ੍ਹ ਦਾ 200 ਰੁਪਇਆ ਕਿਰਾਇਆ ਪ੍ਰਾਈਵੇਟ ਬੱਸ ਵਾਲਾ ਲੈ ਰਿਹਾ, ਜੋ ਆਪਣਾ 70 ਕੇ 75 ਰੁਪਏ ਕਿਰਾਇਆ ਜੀ। ਉਹ ਕਾਰਪੋਰੇਟ ਘਰਾਣੇ ਦੀਆਂ ਬੱਸਾਂ ਚੱਲਦੀਆਂ, ਕਾਰਪੋਰੇਟ ਘਰਾਣੇ ਨੂੰ ਫਾਇਦਾ ਦੇ ਰਹੀ ਸਰਕਾਰ ਜੀ। ਤੇ ਬਿਲਕੁਲ ਇਹ ਨੇ ਕੱਚੇ ਕਾਮੇ ਜਿਹੜੇ ਕਿ ਪਨਬੱਸ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮੇ ਨੇ। ਇਹਨਾਂ ਨੇ ਬਹੁਤ ਸਮੇਂ ਤੋਂ ਜਿਹੜੀ ਹੈਗੀ ਹੜਤਾਲ ਕੀਤੀ ਹੋਈ ਹੈ। ਸਿਸਮਾਂ ਵੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਟੀ ਪੁਆਇੰਟ ਦੇ ਉੱਤੇ ਇੱਕ ਵੱਡਾ ਇਕੱਠ ਕੀਤਾ ਸੀ, ਪਰ ਸਰਕਾਰ ਵੱਲੋਂ ਜਿਹੜਾ ਭਰੋਸਾ ਦਿੱਤਾ ਗਿਆ ਸੀ ਕਿ 14 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਦੇ ਨਾਲ ਇਹਨਾਂ ਦੀ ਮੀਟਿੰਗ ਜਿਹੜੀ ਰੱਖੀ ਗਈ ਹੈ। ਪਰ ਇਹਨਾਂ ਦਾ ਇੱਕ ਵੱਡਾ ਜਿਹੜਾ ਹੁਣ ਐਲਾਨ ਹੈ ਕਿ ਜੇਕਰ 14 ਤਰੀਕ ਨੂੰ ਇਹਨਾਂ ਦੀ ਮੁੱਖ ਮੰਤਰੀ ਸਾਹਿਬ ਦੇ ਨਾਲ ਜਿਹੜੀ ਮੀਟਿੰਗ ਹੋਣ ਵਾਲੀ ਹੈ, ਜੇਕਰ ਉਸ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਵੱਡੇ ਲੈਵਲ ਦੇ ਉੱਤੇ ਜਿਹੜਾ ਹੈਗਾ ਸਿਸਮਾ ਵਿਖੇ ਇਹ ਇੱਕ ਪੱਕਾ ਜਿਹੜਾ ਧਰਨਾ ਹੈਗਾ, ਪੱਕਾ ਮੋਰਚਾ ਕੱਢ ਦੇਣਗੇ। ਤੇ ਦੇਖਣਾ ਹੁਣ ਇਹ ਹੋਵੇਗਾ ਕਿ ਇਹਨਾਂ ਨੂੰ ਇਹਨਾਂ ਦੇ ਹੱਕ ਜਿਹੜੇ ਹੈਗੇ ਆ ਉਹ ਮੀਟਿੰਗ ਦੇ ਵਿੱਚ ਹੀ ਮਿਲ ਜਾਂਦੇ ਨੇ, ਜਾਂ ਫਿਰ ਇਹਨਾਂ ਨੂੰ ਉਹ ਪੱਕਾ ਮੋਰਚਾ ਕੱਢ ਕੇ ਆਪਣੇ ਹੱਕ ਦੂਜੇ ਤਰੀਕੇ ਨਾਲ ਲੈਣੇ ਪੈਣਗੇ। ਇਹ ਸਾਰਾ ਹੁਣ ਜੋ ਵੀ ਬਣੇਗਾ ਉਹ ਅਜੇ ਸਮੇਂ ਦੇ ਗਰਭ ਵਿੱਚ ਹੈ। ਉਮੀਦ ਕਰਦੇ ਹਾਂ ਇਹਨਾਂ ਨੂੰ ਇਹਨਾਂ ਦੇ ਹੱਕ ਜਲਦੀ ਮਿਲ ਜਾਣਗੇ। ਨਿਰਭੈ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।